पिछले लंबे समय तो लैके चल रही लड़ीवार शब्द विचार दी आपां सांझ पा रहे हां। अज दा दिन आपां उस चल रही लड़ीवार शब्द विचार नूं थोड़ा विश्राम दे के अपने इलाके दे पावन और पवित्र इतिहासक स्थान तख्त श्री दमदमा साहिब दी धरती ते साहिबे कमाल धन श्री गुरु गोबिंद सिंह दे प्यारे सिख भाई डल्ला जी दे जीवन दे नाल थोड़ा सांझ पाउण दा यतन करांगे, क्योंकि गुरु साहब दी अपार रहमत अते आप सरबत संगतां दे सहयोग सदका खालसा प्रगट दिवस नूं समर्पित जो खंडे बाटे दी पहुल दा अपने नगर दे विच प्रोग्राम रखिया गया है, उस दे संबंध विच आपां अज सारे रल मिल के विचार सांझी करांगे कि एक सिख दे लई खंडे बाटे दी पौल दा लैना किन्ना कुछ जरूरी है। ये भाई डल्ले दे जीवन तो आपां इतिहास दी इस पवित्र साखी दे विचों समझण दा यतन करना है। तलवंडी इलाके दे काफी सारे पिंडां दा चौधरी है भाई डल्ला। ध्यान कर, तलवंडी इलाके दे बहुत सारे पिंडां दा चौधरी है। जे अज दे हालातां मुताबिक कहिए ते जिवें आपां MLA कह दिंदे आ, इलाके दा चौधरी होण करके डल्ले ने अपनी निजी फौज रखी हुई है, निजी सैनिक रखे हुए ने। इलाके दा चौधरी है, कोले इहदे फौज है, आर्थिक पक्ष भी इहदा काफी ज्यादा मजबूत है ते गुरु गोबिंद सिंह सच्चे पातशाह दा इह श्रद्धालु है। की होया जदों आनंदपुर साहब दी धरती ते मुगलां ने घेरा पाया, पहाड़ी राजियां ने घेरा पाया, गुरु साहब ने आनंदपुर साहब छड्डिया, सरसा पार कीती, साका चमकौर वरतिया। इस तो अगे दशमेश पिता दीना साहब हुंदे होए ये सारा सफर पैंडा तय करदे। दशमेश पिता जदों तलवंडी साबो दी धरती ते पहुंचदे आ ना, ते डल्ला भी भाई डल्ला भी गुरु गोबिंद सिंह पातशाह दे दर्शन करन वास्ते अपनी फौज दे समेत पहुंचदा है। अपनी फौज दे समेत जिस वेले पहुंचदा है, गुरु साहब दे पावन चरनां दे उपर डल्ले ने नमस्कार कीती है। डल्ला उत्थे आके बैठदा ते संगत दे नाल विचार वटांदरा आरंभ हुंदा है। इन्ने नूं पाकिस्तान दे विचों वाहिगुरू जी अजकल पाकिस्तान दे विच इन्ने नूं लाहौर तो एक सिख गुरु गोबिंद सिंह सच्चे पातशाह दे लई ना एक बंदूक लेके आया, बंदूक भेंट करन वास्ते आया। ਉਹਨੇ ਵੀ ਉਹ ਵੀ ਆਇਆ ਤੇ ਗੁਰੂ ਸਾਹਿਬ ਦੇ ਪਾਵਨ ਚਰਨਾਂ ਦੇ ਕੋਲ ਉਹ ਬੰਦੂਕ ਭੇਂਟ ਕੀਤੀ ਹੈ, ਰੱਖ ਦਿੱਤੀ ਹੈ। ਤੇ ਭਾਈ ਡੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਦੋਂ ਵਿਚਾਰ ਵਟਾਂਦਰਾ ਕਰਨ ਲੱਗਿਆ ਨਾ, ਤੇ ਡੱਲਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੋਲਣ ਲੱਗਿਆ ਤੇ ਉਹ ਜਿਹੜੀ ਵਾਰਤਾਲਾਪ ਹੈ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਭਾਈ ਡੱਲੇ ਦੀ, ਉਹ ਇੱਕ ਕਵੀ ਨੇ ਨਾ ਆਪਣੀ ਕਵਿਤਾ ਦੇ ਵਿੱਚ ਬੜੇ ਸੋਹਣੇ ਸ਼ਬਦਾਂ ਦੇ ਨਾਲ ਬਿਆਨ ਕੀਤੀ ਹੈ। ਨਾਲ ਨਾਲ ਆਪਾਂ ਉਹ ਕਵਿਤਾ ਵੀ ਪੜਾਂਗੇ ਤੇ ਨਾਲ ਨਾਲ ਇਸ ਸਮੁੱਚੀ ਵਾਰਤਾਲਾਪ ਨੂੰ ਵੀ ਸਮਝਾਂਗੇ। ਡੱਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਕਿਹਾ ਤੇ ਅੱਗੋਂ ਦਸ਼ਮੇਸ਼ ਪਿਤਾ ਨੇ ਕਿਵੇਂ ਡੱਲੇ ਨੂੰ, ਡੱਲੇ ਦੀਆਂ ਅੱਖਾਂ ਖੋਲੀਆਂ, ਇਸ ਮਾਣ ਦੇ ਵਿੱਚੋਂ, ਇਸ ਹੰਕਾਰ ਦੇ ਵਿੱਚੋਂ ਬਾਹਰ ਕੱਢਿਆ। ਇਹ ਸਮੁੱਚਾ ਵਰਤਾਰਾ ਆਪਾਂ ਇਸ ਕਵਿਤਾ ਦੇ ਰਾਹੀਂ ਹੋਈ ਆਪਸੀ ਵਾਰਤਾਲਾਪ ਦੇ ਵਿੱਚੋਂ ਕੱਢਣ ਦਾ ਯਤਨ ਕਰਨਾ ਹੈ। ਜਦੋਂ ਦਸ਼ਮੇਸ਼ ਪਿਤਾ ਤੇ ਸਿੱਖਾਂ ਨੇ ਉੱਥੇ ਗੱਲਾਂ ਕੀਤੀਆਂ ਵੀ ਇਦਾਂ ਸਾਕਾ ਚਮਕੌਰ ਵਾਪਰਿਆ, ਸਰਸਾ ਦੇ ਕਿਨਾਰੇ ਤੇ ਇਦਾਂ ਵਿਛੋੜਾ ਪੈਂਦਾ ਹੈ, ਤੇ ਹੁਣ ਡੱਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿਣ ਲੱਗਿਆ, ਕਹਿੰਦਾ ਪਾਤਸ਼ਾਹ ਇੱਕ ਗੱਲ ਉੱਤੇ ਮੈਨੂੰ ਅਫਸੋਸ ਹੈ। ਪਾਤਸ਼ਾਹ
ਮੈਨੂੰ ਇੱਕ ਗੱਲ ਦਾ ਨਾ ਬੜਾ ਵੱਡਾ ਅਫਸੋਸ ਹੈ, ਤੇਰੇ ਸਿੱਖਾਂ ਉੱਤੇ ਮੈਨੂੰ ਬੜਾ ਭਾਰੀ ਰੋਸ ਹੈ। ਆ ਜਿਹੜੇ ਤੇਰੇ ਨਾਲ ਸਿੱਖ ਨੇ ਨਾ, ਇਹਨਾਂ ਤੇ ਵੀ ਮੈਨੂੰ ਇੱਕ ਬੜਾ ਭਾਰੀ ਰੋਸ ਹੈ। ਸ਼ਿਕਵਾ ਯਾਰ ਕਰਨ ਲੱਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ। ਦਾਤਾ ਨਿੱਕੀ ਜਿਹੀ ਗੱਲ ਉੱਤੇ ਐਵੇਂ ਘਬਰਾ ਗਏ। ਪਾਤਸ਼ਾਹ ਕੋਈ ਖਾਸ ਵੱਡੀ ਗੱਲ ਨਹੀਂ ਸੀ, ਇਹ ਤੇ ਬਹੁਤ ਛੋਟੀ ਜੀ ਗੱਲ ਸੀ। ਤੁਹਾਡੀ ਫੌਜ ਤੇ ਸਾਰੇ ਤੁਸੀਂ ਬਹੁਤ ਛੇਤੀ ਘਬਰਾ ਗਏ, ਇੰਨੀ ਛੇਤੀ ਛੱਡ ਕੇ ਆਨੰਦਪੁਰ ਆ ਗਏ। ਤੁਸੀਂ ਬੜੀ ਛੇਤੀ ਆਨੰਦਪੁਰ ਸਾਹਿਬ ਛੱਡ ਦਿੱਤਾ, ਲੋੜ ਨਹੀਂ ਸੀ, ਜ਼ਰੂਰਤ ਨਹੀਂ ਸੀ ਆਨੰਦਪੁਰ ਸਾਹਿਬ ਛੱਡਣ ਦੀ। ਡੱਲਾ ਗੁਰੂ ਗੋਬਿੰਦ ਸਿੰਘ ਨੂੰ ਨਸੀਹਤ ਦੇ ਰਿਹਾ, ਸਿੱਖਿਆ ਦੇਣ ਦਾ ਯਤਨ ਕਰ ਰਿਹਾ। ਕਹਿਣ ਲੱਗੇ, ਆਹ ਜਿਹੜੀ ਫੌਜ ਤੈਂ ਜਵਾਨਾਂ ਦੀ ਬਣਾਈ ਹੈ। ਡੱਲਾ ਗੁਰੂ ਸਾਹਿਬ ਨੂੰ ਕਹਿਣ ਲੱਗਿਆ, ਆਹ ਜਿਹੜੀ ਫੌਜ ਤੈਂ ਜਵਾਨਾਂ ਦੀ ਬਣਾਈ ਹੈ, ਇਹੋ ਜੇ ਜਵਾਨਾਂ ਕੀ ਲੜਨੀ ਲੜਾਈ ਹੈ। ਧਿਆਨ ਕਰਿਓ। ਡੱਲਾ ਹਉਮੈ ਦਾ ਵਿੱਚ ਆਇਆ, ਆਪਣੀ ਫੌਜ ਦਾ ਨਾ ਮਾਣ ਕਰ ਬੈਠਾ, ਹੰਕਾਰ ਕਰ ਬੈਠਾ। ਕਹਿਣ ਲੱਗਿਆ, ਪਾਤਸ਼ਾਹ ਆ ਜਿਹੜੇ ਤੇਰੇ ਸਿਪਾਹੀ ਨੇ, ਇਹਨਾਂ ਦੇ ਕਮਜ਼ੋਰ ਜਿਹੇ ਸਰੀਰ ਹੈ, ਟੁੱਟੇ ਹੋਏ ਇਹਨਾਂ ਦੇ ਕੋਲੇ ਸ਼ਸਤਰ ਹੈ। ਇਹਨਾਂ ਤੇਰੇ ਸਿਪਾਹੀਆਂ ਨੇ ਆ ਜਿਹੜੇ ਨਿਮਾਣੇ ਜੇ ਤੁਰੇ ਫਿਰਦੇ ਨੇ, ਇਹਨਾਂ ਨੇ ਕੀ ਲੜਾਈ ਲੜਨੀ ਸੀ ਫੌਜਾਂ ਦੇ ਨਾਲ। ਕਹਿਣ ਲੱਗਿਆ, ਆ ਜਿਹੜੀ ਫੌਜ ਤੈਂ ਜਵਾਨਾਂ ਦੀ ਬਣਾਈ ਹੈ, ਇਹੋ ਜੇ ਜਵਾਨਾਂ ਕੀ ਲੜਨੀ ਲੜਾਈ ਹੈ। ਮੇਰੀ ਫੌਜ ਵਿੱਚ ਜਿਹੜੇ ਭਰਤੀ ਜਵਾਨ ਨੇ, ਪਾਤਸ਼ਾਹ ਆ ਵੇਖੋ ਮੇਰੀ ਫੌਜ ਵੱਲ ਝਾਤ ਮਾਰ ਕੇ ਵੇਖੋ, ਆ ਮੇਰੀ ਫੌਜ ਦੇ ਵਿੱਚ ਜਿਹੜੇ ਜਵਾਨ ਭਰਤੀ ਹੋਏ ਨੇ ਨਾ, ਮੇਰੀ ਫੌਜ ਵਿੱਚ ਜਿਹੜੇ ਭਰਤੀ ਜਵਾਨ ਨੇ, ਹਾਥੀਆਂ ਦੇ ਵਾਂਗੂ ਫਿੱਟੇ ਹੋਏ ਇਹ ਜਵਾਨ ਨੇ। ਭਾਵ ਕਹਿੰਦੇ ਹਾਥੀਆਂ ਵਰਗੇ ਤਾਕਤਵਰ ਸਰੀਰ ਨੇ ਮੇਰੀ ਫੌਜ ਦੇ, ਤੇ ਤੇਰੇ ਵਾਲੀ ਫੌਜ ਦੇ ਤੇ ਹੈ ਹੀ ਵਿਚਾਰੇ ਬੜੇ ਕਮਜ਼ੋਰ ਨੇ। ਹੁਣ ਆਪਾਂ ਇਹ ਤਵਾਰੀਖ ਪਿੱਛੇ ਪੜ੍ਹ ਕੇ ਆਏ ਆ ਗੁਰਮੁਖੋ, ਕਿ ਕਿੰਨਾ ਲੰਬਾ ਸਮੇਂ ਦਾ ਘੇਰਾ ਰਿਹਾ, ਕਿੰਨੀਆਂ ਜੰਗਾਂ ਲੜੀਆਂ। ਉਸ ਵੇਲੇ ਗੁਰੂ ਸਾਹਿਬ ਦੀ ਜਿਹੜੀ ਫੌਜ ਹੈ, ਜਿਹੜੇ ਸਿੱਖ ਨੇ, ਸੁਭਾਵਿਕ ਗੱਲ ਹੈ ਵੀ ਤਣ ਦੇ ਉੱਤੇ ਕਮਜ਼ੋਰੀ ਜ਼ਰੂਰ ਆਈ ਹੋਵੇਗੀ। ਹੁਣ ਅੱਗੋਂ ਜਾ ਕੇ ਕਹਿਣ ਲੱਗਿਆ, ਕਹਿੰਦੇ ਆਪਣੀ ਫੌਜ ਦੀ ਵਡਿਆਈ ਕਰਦਾ ਕਹਿੰਦਾ, ਇਹਨਾਂ ਕੱਢ ਕੱਢ ਬੈਠਕਾਂ ਸਰੀਰ ਨੂੰ ਬਣਾਇਆ ਏ। ਭਾਵ ਕਸਰਤਾਂ ਕੀਤੀਆਂ ਨੇ ਇਹਨਾਂ ਨੇ, ਬੜੀ ਮਿਹਨਤ ਕੀਤੀ ਹੈ। ਇਹਨਾਂ ਕੱਢ ਕੱਢ ਬੈਠਕਾਂ ਸਰੀਰ ਨੂੰ ਬਣਾਇਆ ਏ। ਮਨ ਮਨ ਘਿਓ ਇੱਕ ਇੱਕ ਨੂੰ ਖਵਾਇਆ ਏ। ਕਹਿੰਦੇ ਮੈਂ ਇੱਕ ਇੱਕ ਜਾਣੇ ਨੂੰ ਮਨ ਮਨ ਭਾਵ 40-40 ਕਿਲੋ ਘਿਓ ਖਵਾਇਆ। ਇਹਨਾਂ ਨੂੰ ਕਸਰਤ ਕਰਾਈ ਹੈ। ਇਹਨਾਂ ਦੇ ਬੜੇ ਤਾਕਤਵਰ ਸਰੀਰ ਨੇ। ਪਾਤਸ਼ਾਹ ਹੁੰਦੇ ਜੇ ਸਿਪਾਹੀ ਮੇਰੇ ਵਿੱਚ ਚਮਕੌਰ ਦੇ। ਕਹਿਣ ਲੱਗਿਆ, ਹੁੰਦੇ ਜੇ ਸਿਪਾਹੀ ਮੇਰੇ ਵਿੱਚ ਚਮਕੌਰ ਦੇ, ਬਣਦੇ ਹਾਲਾਤ ਕੋਈ ਵੱਖਰੇ ਹੀ ਤੌਰ ਤੇ। ਭਾਵ ਜੇ ਮੇਰੀ ਫੌਜ ਕਦੇ ਚਮਕੌਰ ਸਾਹਿਬ ਦੇ ਵਿੱਚ ਹੁੰਦੀ ਨਾ, ਤੇ ਆਹ ਹਾਲਾਤ ਨਹੀਂ ਹੋਣੇ ਸੀ, ਫਿਰ ਹਾਲਾਤ ਕੁਝ ਹੋਰ ਹੋਣੇ ਸੀ। ਭਾਵ ਅਸੀਂ ਮੁਗਲਾਂ ਤੇ ਭਾਰੂ ਪੈ ਕੇ ਉਹਨਾਂ ਨੂੰ ਭਜਾ ਛੱਡਦੇ ਹੁੰਦੇ। ਅੱਗੇ ਕਹਿਣ ਲੱਗਿਆ, ਹੁਣ ਇਸ ਤੋਂ ਵੀ ਕਿੱਡੀ ਵੱਡੀ ਗੱਲ ਬੋਲੀ, ਧਿਆਨ ਕਰਿਓ। ਕਹਿੰਦੇ ਆਪ ਉੱਤੇ ਪਾਤਸ਼ਾਹ ਦੁੱਖਾਂ ਦੇ ਪਹਾੜ ਕਾਹਨੂੰ ਟੁੱਟਦੇ। ਪਾਤਸ਼ਾਹ ਤੁਹਾਡੇ ਉੱਤੇ ਦੁੱਖਾਂ ਦੇ ਪਹਾੜ ਨਹੀਂ ਟੁੱਟਣੇ ਸੀ ਜੇ ਮੇਰੀ ਫੌਜ ਹੁੰਦੀ। ਮੁਗਲਾਂ ਦੀ ਫੌਜ ਦਾ ਬੁਥਾੜ ਭੰਨ ਸੁੱਟਦੇ। ਉਸ ਵੇਲੇ ਆਵਾਜ਼ ਕਿਤੇ ਡੱਲੇ ਤਾਂ ਹੀ ਮਾਰਦੇ। ਤੁਸੀਂ ਕਦੇ ਮੈਨੂੰ ਆਵਾਜ਼ ਤਾਂ ਮਾਰੀ ਹੁੰਦੀ ਪਾਤਸ਼ਾਹ, ਮੈਨੂੰ ਇੱਕ ਸੁਨੇਹਾ ਤੇ ਭੇਜਿਆ ਹੁੰਦਾ, ਮੈਂ ਆਪਣੀ ਫੌਜ ਲੈ ਕੇ ਉੱਥੇ ਪਹੁੰਚ ਜਾਂਦਾ। ਉਸ ਵੇਲੇ ਆਵਾਜ਼ ਕਿਤੇ ਡੱਲੇ ਤਾਂ ਹੀ ਮਾਰਦੇ। ਪੁੱਤਰਾਂ ਦਾ ਦੁੱਖ ਦਾਤਾ ਕਾਸ ਨੂੰ ਸਹਾਰਦੇ। ਪਾਤਸ਼ਾਹ ਜੇ ਤੁਸੀਂ ਕਦੇ ਮੈਨੂੰ ਆਵਾਜ਼ ਮਾਰੀ ਹੁੰਦੀ ਨਾ, ਮੈਂ ਆਪਣੀ ਫੌਜ ਲੈ ਕੇ ਉੱਥੇ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਮੈਂ ਹਾਲਾਤ ਬਦਲ ਦਿੰਦਾ, ਤੇ ਤੁਹਾਨੂੰ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਸੀ। ਡੱਲਾ ਗੁਰੂ ਸਾਹਿਬ ਨੂੰ ਕਹਿਣ ਲੱਗਾ। ਹੁਣ ਦਸ਼ਮੇਸ਼ ਪਿਤਾ ਸਾਰੀ ਇਸ ਵਾਰਤਾਲਾਪ ਨੂੰ ਸਰਵਣ ਕਰ ਰਹੇ ਆ, ਸੁਣ ਰਹੇ ਆ। ਦਸ਼ਮੇਸ਼ ਪਿਤਾ ਅੰਦਰੋਂ ਮੁਸਕਰਾ ਕੇ ਕਹਿਣ ਲੱਗੇ, ਡੱਲਿਆ ਲੰਘ ਗਿਆ ਸਮਾਂ ਫਿਰ ਮੁੜ ਕੇ ਨਹੀਂ ਆਵਣਾ। ਦਸ਼ਮੇਸ਼ ਪਿਤਾ ਹੁਣ ਡੱਲੇ ਨੂੰ ਕਹਿਣ ਲੱਗੇ, ਡੱਲਿਆ ਲੰਘ ਗਿਆ ਸਮਾਂ ਫਿਰ ਮੁੜ ਕੇ ਨਹੀਂ ਆਵਣਾ। ਬੀਤੇ ਹੋਏ ਸਮੇਂ ਉੱਤੇ ਕਾਹਦਾ ਪਛਤਾਵਣਾ।
ਜਿਹੜਾ ਸਮਾਂ ਬੀਤ ਗਿਆ ਨਾ ਡੱਲਿਆ, ਹੁਣ ਉਹਦੇ ਤੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ। ਸਾਰਾ ਕੁਝ ਉਸ ਮਾਲਕ ਦੀ ਰਜ਼ਾ ਵਿੱਚ, ਉਹਦੇ ਭਾਣੇ ਦੇ ਵਿੱਚ ਹੋਇਆ, ਇਸ ਕਰਕੇ ਕਦੇ ਪਛਤਾਈਦਾ ਨਹੀਂ। ਆਪਾਂ ਕੱਲ ਵੀ ਬੇਨਤੀ ਕੀਤੀ ਸੀ, ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨ ਆਗਿਆ ਸਮਝ ਚਲੋ ਨੰਦ ਲਾਲਾ ਪਾਤਸ਼ਾਹ, ਜੋ ਬੀਤੀ ਸੋ ਬੀਤੀ। ਵੀ ਹੁਣ ਪਿੱਛੇ ਤੇ ਪਛਤਾਉਣ ਦਾ ਕੋਈ ਫਾਇਦਾ ਨਹੀਂ, ਜਿਹੜਾ ਸਮਾਂ ਲੰਘ ਗਿਆ। ਕਹਿੰਦੇ ਹੁਣ ਜਦੋਂ ਅੱਗੋਂ ਲੜਾਈ ਕਦੇ ਹੋਵੇਗੀ, ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ ਡਲਿਆ, ਜਿਹੜਾ ਸਮਾਂ ਲੰਘ ਗਿਆ ਉਹ ਲੰਘ ਗਿਆ, ਉਹਦੇ ਤੇ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਤੇ ਜਦੋਂ ਹੁਣ ਕਦੇ ਅੱਗੋਂ ਲੜਾਈ ਹੋਵੇਗੀ ਨਾ, ਕਹਿੰਦੇ ਉਸ ਵੇਲੇ ਅਸੀਂ ਤੇਰੀ ਸੱਦਾਂਗੇ ਬਰਾਦਰੀ, ਭਾਵ ਆ ਤੇਰੀ ਜਿਹੜੀ ਫੌਜ ਹੈ, ਉਦੋਂ ਤੇਰੀ ਇਸ ਬਰਾਦਰੀ ਨੂੰ, ਤੇਰੀ ਇਸ ਫੌਜ ਨੂੰ ਅਸੀਂ ਬੁਲਾਵਾਂਗੇ। ਉਸ ਵੇਲੇ ਅਸੀਂ ਤੇਰੀ ਸੱਦਾਂਗੇ ਬਰਾਦਰੀ, ਨਾਲੇ ਤੇਰੇ ਬੰਦਿਆਂ ਦੀ ਵੇਖਾਂਗੇ ਬਹਾਦਰੀ। ਡੱਲਿਆ ਕੋਈ ਨਹੀਂ, ਇਹ ਤੇ ਸਮਾਂ ਚੱਲਦਾ ਹੀ ਰਹਿੰਦਾ ਹੈ। ਜਦੋਂ ਜ਼ੁਲਮ ਦੇ ਨਾਲ ਜੰਗ ਹੋਵੇ ਨਾ, ਤੇ ਜੰਗਾਂ ਫਿਰ ਸਾਰੀ ਦੁਨੀਆ, ਸਾਰੀ ਜ਼ਿੰਦਗੀ ਚੱਲਦੀਆਂ ਰਹਿੰਦੀਆਂ ਨੇ। ਡੱਲਿਆ ਕੋਈ ਗੱਲ ਨਹੀਂ, ਜਦੋਂ ਹੁਣ ਕਦੇ ਇਦਾਂ ਦਾ ਸਮਾਂ ਬਣਿਆ, ਤੇਰੀ ਫੌਜ ਜ਼ਰੂਰ ਬੁਲਾਵਾਂਗੇ, ਤੇਰੀ ਬਰਾਦਰੀ ਨੂੰ ਜ਼ਰੂਰ ਬੁਲਾਵਾਂਗੇ, ਤੇ ਨਾਲੇ ਤੇਰੀ ਫੌਜ ਦੀ ਆਪਾਂ ਫਿਰ ਬਹਾਦਰੀ ਵੇਖ ਲਵਾਂਗੇ। ਕਹਿਣ ਲੱਗੇ ਉਸ ਵੇਲੇ ਤੇਰੀ ਸੱਦਾਂਗੇ ਬਰਾਦਰੀ, ਨਾਲੇ ਤੇਰੇ ਬੰਦਿਆਂ ਦੀ ਵੇਖਾਂਗੇ ਬਹਾਦਰੀ। ਹੁਣ ਜਿਹੜਾ ਉਹ ਲਾਹੌਰ ਤੋਂ ਸਿੱਖ ਗੁਰੂ ਸਾਹਿਬ ਦੇ ਲਈ ਬੰਦੂਕ ਲੈ ਕੇ ਆਇਆ ਨਾ, ਗੁਰੂ ਸਾਹਿਬ ਨੇ ਉਸ ਸਿੱਖ ਦੀ ਬੰਦੂਕ ਨੂੰ ਚੁੱਕਿਆ। ਉਸ ਬੰਦੂਕ ਨੂੰ ਚੁੱਕ ਕੇ ਪਾਤਸ਼ਾਹ ਕਹਿਣ ਲੱਗੇ ਲਿਆ ਹੁਣ ਡੱਲਿਆ ਬੰਦੂਕ ਅਜਮਾਈਏ। ਹੁਣ ਦਸ਼ਮੇਸ਼ ਪਿਤਾ ਨੇ ਕਹਿ ਦਿੱਤਾ ਵੀ ਕੋਈ ਗੱਲ ਨਹੀਂ, ਜੋ ਸਮਾਂ ਲੰਘ ਗਿਆ ਉਹਨੂੰ ਛੱਡੋ, ਜਦੋਂ ਅਗਲਾ ਸਮਾਂ ਆਵੇਗਾ ਤੇਰੀ ਫੌਜ ਆਪਾਂ ਜ਼ਰੂਰ ਬੁਲਾਵਾਂਗੇ। ਹੁਣ ਬੰਦੂਕ ਨੂੰ ਹੱਥ ਪਾ ਕੇ ਪਾਤਸ਼ਾਹ ਡੱਲੇ ਨੂੰ ਕਹਿਣ ਲੱਗੇ ਡੱਲਿਆ ਲਿਆ ਹੁਣ ਡੱਲਿਆ ਬੰਦੂਕ ਅਜਮਾਈਏ, ਇਹਦੇ ਵਿੱਚੋਂ ਗੋਲੀ ਇੱਕ ਭਰ ਕੇ ਚਲਾਈਏ। ਇਹਦੇ ਵਿੱਚ ਦੀ ਆਪਾਂ ਇੱਕ ਗੋਲੀ ਚਲਾ ਕੇ ਤੇ ਵੇਖੀਏ ਵੀ ਕਦੇ ਇਹ ਨਾ ਹੋਵੇ ਨਵਾਂ ਸ਼ਸਤਰ ਆਇਆ, ਨਵਾਂ ਹਥਿਆਰ ਆਇਆ, ਜੰਗ ਦੇ ਮੈਦਾਨ ਵਿੱਚ ਲਿਜਾਣ ਤੋਂ ਪਹਿਲਾਂ ਡੱਲਿਆ ਇਹਦੀ ਪਰਖ ਕਰਨੀ ਬੜੀ ਜ਼ਰੂਰੀ ਹੈ। ਪਹਿਲਾਂ ਪਰਖ ਲੈਣਾ ਚਾਹੀਦਾ ਵੀ ਸਹੀ ਚੱਲਦਾ ਜਾਂ ਗਲਤ ਹੈ, ਜਾਂ ਪੂਰਾ ਨਿਸ਼ਾਨਾ ਇਹਦਾ ਸਹੀ ਨਹੀਂ ਹੈ, ਇਹ ਪਰਖ ਕਰ ਲੈਣੀ ਚਾਹੀਦੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਆਪਣੇ ਜਵਾਨਾਂ ਚੋਂ ਜਵਾਨ ਦੋ ਬੁਲਾਈ ਖਾਈ। ਕਹਿੰਦੇ ਆਪਣੇ ਜਵਾਨਾਂ ਦੇ ਵਿੱਚੋਂ, ਤੇਰੀ ਫੌਜ ਦੇ ਵਿੱਚੋਂ ਦੋ ਜਵਾਨਾਂ ਨੂੰ ਬੁਲਾ ਦੇ। ਕਹਿਣ ਲੱਗੇ ਆ ਥੋੜੀ ਜਿਹੀ ਦੂਰ ਤਾਂ ਖੜਾਈ ਖਾਂ, ਭਾਵ ਦੋ ਜਵਾਨ ਬੁਲਾ ਕੇ ਨਾ ਥੋੜੀ ਦੂਰ ਖੜਾ ਦੇ, ਮੈਂ ਨਿਸ਼ਾਨਾ ਲਾ ਕੇ ਦੇਖਣਾ। ਜਿਸ ਵੇਲੇ ਪਾਤਸ਼ਾਹ ਕਹਿਣ ਲੱਗੇ ਸਿੱਧੇ ਉਹ ਖਲੋਣ ਨਾ ਖਲੋਣ ਨੀਵੀਂ ਪਾ ਕੇ। ਕਹਿੰਦੇ ਡੱਲਿਆ ਜਿਹੜੇ ਨੌਜਵਾਨਾਂ ਨੂੰ ਬੁਲਾਏਗਾ ਨਾ ਉਹ ਨੀਵੀਂ ਪਾ ਕੇ ਨਾ ਖਲੋਣ, ਐ ਛਾਤੀ ਚੌੜੀ ਕਰਕੇ ਹਿੱਕ ਤਾਣ ਕੇ ਖਲੋਣੇ ਚਾਹੀਦੇ ਆ, ਭਾਵ ਗੁਰੂ ਅੱਗੇ ਕੁਰਬਾਨ ਹੋਣ ਲਈ ਤਿਆਰ ਹੋਣ, ਮਜਬੂਰੀ ਵਿੱਚ ਨਾ ਹੋਣ, ਸ਼ੌਂਕ ਲਈ ਛਾਤੀ ਸਿਰ ਤਾਂ ਚੱਕ ਕੇ ਖਲੋਣੇ ਚਾਹੀਦੇ ਐ। ਸਿੱਧੇ ਉਹ ਖਲੋਣ ਨਾ ਖਲੋਣ ਨੀਵੀਂ ਪਾ ਕੇ, ਦੇਖੀਏ ਨਿਸ਼ਾਨਾ ਬੰਦੂਕ ਦਾ ਅਜਮਾ ਕੇ। ਕਹਿੰਦੇ ਆਪਾਂ ਬੰਦੂਕ ਦਾ ਨਿਸ਼ਾਨਾ ਅਜਮਾ ਕੇ ਵੇਖਦੇ ਆ, ਤੇ ਤੂੰ ਆਪਣੇ ਦੋ ਫੌਜੀਆਂ ਨੂੰ, ਆਪਣੇ ਸਿਪਾਹੀਆਂ ਨੂੰ ਬੁਲਾ। ਅੱਗੇ ਕਹਿਣ ਲੱਗੇ ਗੱਲ ਸੁਣ ਡੱਲਾ ਹੈਰਾਨ ਜਿਹਾ ਹੋ ਗਿਆ। ਬੜੀ ਹੈਰਾਨੀ ਆਈ ਵੀ ਬੰਦੂਕ ਦਾ ਨਿਸ਼ਾਨਾ ਪਰਖਣਾ ਤੇ ਉਹ ਵੀ ਮੇਰੇ ਦੋ ਸਿਪਾਹੀਆਂ ਦੇ ਉੱਤੇ। ਕਹਿੰਦੇ ਗੱਲ ਸੁਣ ਡੱਲਾ ਹੈਰਾਨ ਜਿਹਾ ਹੋ ਗਿਆ, ਦਿਲ ਘਬਰਾਇਆ ਪਰੇਸ਼ਾਨ ਜਿਹਾ ਹੋ ਗਿਆ। ਡੱਲੇ ਦੇ ਜਵਾਨ ਸਨ ਡੋਲ ਵਾਂਗੂ ਡੋਲਦੇ। ਕਹਿੰਦੇ ਜਦੋਂ ਗੁਰੂ ਸਾਹਿਬ ਦੀ ਰਸਨਾ ਤੋਂ ਬੋਲ ਸੁਨੇ ਨਾ, ਡੱਲੇ ਦੇ ਜਵਾਨ ਵੀ ਕਹਿੰਦੇ ਡੋਲਣ ਲੱਗ ਪਏ ਵੀ ਹੁਣ ਪਤਾ ਨਹੀਂ ਕਿਹਦਾ ਨਾਮ ਲਿਆ ਜਾਏਗਾ ਗੁਰੂ ਸਾਹਿਬ ਦੀ ਬੰਦੂਕ ਦੇ ਅੱਗੇ ਖਲੋਣ ਦੇ ਲਈ। ਡੱਲੇ ਦੇ ਜਵਾਨ ਸਨ ਡੋਲ ਵਾਂਗੂ ਡੋਲਦੇ, ਦੌਰੇ ਭਾਰੇ ਹੋਏ ਅੱਗੋਂ ਮੂੰਹੋਂ ਵੀ ਨਾ ਬੋਲਦੇ। ਫਿਰ ਡੱਲਾ ਬੋਲਿਆ, ਹੁਣ ਦਸ਼ਮੇਸ਼ ਪਿਤਾ ਨੂੰ ਨਸੀਹਤ ਦੇਣ ਲੱਗ ਪਿਆ। ਦੇਖੋ ਅੱਜ ਵੀ ਇਦਾਂ ਹੀ ਹੁੰਦਾ ਨਾ ਬਹੁਤ ਵਾਰ ਪਿਆਰਿਓ, ਡੱਲਾ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨਸੀਹਤ ਦੇਣ ਲੱਗ ਪਿਆ, ਨਸੀਹਤ ਦੇਣ ਚੱਲ ਪਿਆ। ਕਹਿਣ ਲੱਗਿਆ ਇਸ ਗੱਲ ਉੱਤੇ ਮਹਾਰਾਜ ਸੋਚੀਏ ਵਿਚਾਰੀਏ, ਬਚਨ ਗੁਰੂ ਗੋਬਿੰਦ ਸਿੰਘ ਦਾ। ਤੇ ਕਹਿਣ ਲੱਗਿਆ ਪਾਤਸ਼ਾਹ ਇਸ ਗੱਲ ਉੱਤੇ ਆਪਾਂ ਸੋਚੀਏ ਵਿਚਾਰੀਏ, ਬਿਨਾਂ ਗੱਲੋਂ ਐਵੇਂ ਕਾਹਨੂੰ ਜਵਾਨ ਮਾਰੀਏ। ਵੀ ਬਿਨਾਂ ਗੱਲ ਤੋਂ ਜਵਾਨ ਨੂੰ ਕਾਹਨੂੰ ਮਾਰਨਾ ਹੈ? ਕੋਈ ਪਸ਼ੂ ਪੰਛੀ ਜਾਨਵਰ ਜੀਵ ਜੰਤੂ, ਉਹਦੇ ਤੇ ਆਪਾਂ ਇਸ ਬੰਦੂਕ ਦਾ ਨਿਸ਼ਾਨਾ ਅਜ਼ਮਾ ਲੈਂਦੇ ਆ।
ਜੇ ਕੋਈ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਹੋਵੇ ਤੇ ਗੱਲ ਹੋਰ ਹੈ, ਬਿਨਾਂ ਗੱਲ ਤੋਂ ਕਾਹਨੂੰ ਮਾਰਨਾ ਹੈ। ਦਸ਼ਮੇਸ਼ ਪਿਤਾ ਕਹਿਣ ਲੱਗੇ, ਕਿਹਾ ਦਸ਼ਮੇਸ਼ ਡੱਲਿਆ ਸਾਡੇ ਮਨ ਦੀ ਇਹ ਮੌਜ ਹੈ। ਧਿਆਨ ਕਰਿਓ, ਅੱਜ ਸਾਡੇ ਵਿੱਚੋਂ ਵੀ ਬੜੇ ਇਦਾਂ ਹੁੰਦੇ ਨੇ, ਗੁਰੂ ਸਾਹਿਬ ਦੇ ਬਚਨਾਂ ਤੇ ਸ਼ੱਕ ਕਰ ਲੈਂਦੇ ਆ ਪਿਆਰਿਓ। ਜਦੋਂ ਗੁਰੂ ਪੇਪਰ ਪਾਉਂਦਾ, ਪਰਚਾ ਪਾਉਂਦਾ ਨਾ, ਗੁਰੂ ਤੇ ਸ਼ੱਕ ਕਰ ਬੈਠਦੇ ਆ। ਖੈਰ ਅੱਗੇ ਸਮਝ ਪਵੇਗੀ। ਕਹਿਣ ਲੱਗੇ, ਕਿਹਾ ਦਸ਼ਮੇਸ਼ ਡੱਲਿਆ ਸਾਡੇ ਮਨ ਦੀ ਇਹ ਮੌਜ ਹੈ, ਅੱਜ ਅਜਮਾਉਣੀ ਤੇਰੇ ਯੋਧਿਆਂ ਦੀ ਫੌਜ ਹੈ। ਜਿਹੜੀ ਤੂੰ ਇਹ ਗੱਲ ਕਹਿਣਾ ਨਾ, ਜੇ ਮੇਰੀ ਫੌਜ ਚਮਕੌਰ ਦੀ ਧਰਤੀ ਤੇ ਹੁੰਦੀ ਤੇ ਪੁੱਤਰਾਂ ਦਾ ਵਿਛੋੜਾ ਨਹੀਂ ਝੱਲਣਾ ਪੈਣਾ ਸੀ, ਇਹ ਦੁੱਖ ਨਹੀਂ ਝੱਲਣਾ ਪੈਣਾ ਸੀ। ਡੱਲਿਆ ਲਿਆ ਅੱਜ ਤੇਰੀ ਫੌਜ ਨੂੰ ਅਜਮਾਈਏ। ਮੈਂ ਬੰਦੂਕ ਦਾ ਨਿਸ਼ਾਨਾ ਲਾ ਕੇ ਵੇਖਣਾ, ਆਪਣੇ 2 ਜਵਾਨਾਂ ਨੂੰ ਬੁਲਾ। ਡੱਲਿਆ ਸਾਡੇ ਮਨ ਦੀ ਇਹ ਮੌਜ ਹੈ, ਅੱਜ ਅਜਮਾਉਣੀ ਤੇਰੇ ਯੋਧਿਆਂ ਦੀ ਫੌਜ ਹੈ। ਇੰਨੀ ਸੁਣ ਮਾਨ ਦਾ ਮੁਨਾਰਾ ਜਿਹਾ ਢਹਿ ਗਿਆ। ਜਦੋਂ ਗੁਰੂ ਸਾਹਿਬ ਨੇ ਬੋਲੇ ਨਾ, ਕਹਿੰਦੇ ਡੱਲੇ ਦੇ ਅੰਦਰ ਜਿਹੜਾ ਹੰਕਾਰ ਸੀ ਨਾ ਆਪਣੀ ਤਾਕਤਵਰ ਫੌਜ ਦਾ, ਕਹਿੰਦਾ ਇੰਨਾ ਸੁਣ ਡੱਲੇ ਦੇ ਮਾਨ ਦਾ ਮੁਨਾਰਾ ਜਿਹਾ ਢਹਿ ਗਿਆ। ਤੇ ਅੱਗੇ ਕਹਿਣ ਲੱਗੇ, ਦੌੜ ਗਏ ਜਵਾਨ ਡੱਲਾ ਦੇਖਦਾ ਹੀ ਰਹਿ ਗਿਆ। ਸਾਰੀ ਜਿਹੜੀ ਫੌਜ ਸੀ ਨਾ ਡੱਲੇ ਦੀ, ਜਵਾਨ ਸੀ, ਉਹ ਭੱਜ ਗਏ। ਦੌੜ ਗਏ ਜਵਾਨ ਡੱਲਾ ਦੇਖਦਾ ਹੀ ਰਹਿ ਗਿਆ। ਅੱਗੋਂ ਫਿਰ ਪਾਤਸ਼ਾਹ ਕਹਿਣ ਲੱਗੇ, ਓਏ ਜਾ ਮੇਰੇ ਸਿਪਾਹੀਆਂ ਨੂੰ ਬੁਲਾ ਲਿਆ। ਜਦੋਂ ਫੌਜ ਦੌੜ ਗਈ ਨਾ, ਭੱਜ ਗਈ, ਤੇ ਡੱਲਾ ਨਮੋਸ਼ੀ ਦੇ ਵਿੱਚ ਨੀਵੀਂ ਪਾ ਕੇ ਖਲੋ ਗਿਆ। ਪਾਤਸ਼ਾਹ ਕਹਿੰਦੇ, ਓਏ ਜਾ ਮੇਰੀ ਫੌਜ ਦੇ ਸਿਪਾਹੀਆਂ ਨੂੰ ਬੁਲਾ ਲਿਆ। ਘੋੜਿਆਂ ਦੇ ਰਾਖੇ 2 ਘਾਈਆਂ ਨੂੰ ਬੁਲਾ ਲਿਆ। ਜਿਹੜੀ ਫੌਜ ਦੇ ਰਾਖੇ ਜਿਹੜੇ ਘੋੜਿਆਂ ਦੇ ਘਾਈ ਨੇ ਨਾ, ਉਹਨਾਂ ਨੂੰ ਜਾ ਕੇ ਬੁਲਾ ਲਿਆ। ਆਖੀ ਉਹਨਾਂ ਜਾ ਕੇ ਗੋਲੀ ਬੰਦੂਕ ਦੀ ਚਲਾਉਣੀ ਏ। ਜਾ ਕੇ ਸੁਨੇਹਾ ਪਤਾ ਕੀ ਦੇਣਾ ਹੈ? ਉਹਨਾਂ ਨੂੰ ਜਾ ਕੇ ਆਖੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਲਾਹੌਰ ਤੋਂ ਕੋਈ ਸਿੱਖ ਬੰਦੂਕ ਲੈ ਕੇ ਆਇਆ ਹੈ ਨਾ, ਉਹਦਾ ਨਿਸ਼ਾਨਾ ਚਲਾ ਵੇਖਣਾ ਹੈ, ਅਜਮਾ ਕੇ ਵੇਖਣੀ ਆ ਵੀ ਸਹੀ ਹੈ ਕਿ ਨਹੀਂ ਸਹੀ। ਕਹਿਣ ਲੱਗੇ, ਜਾ ਕੇ ਆਖੀ ਉਹਨਾਂ ਜਾ ਕੇ ਗੋਲੀ ਬੰਦੂਕ ਦੀ ਚਲਾਉਣੀ ਏ। ਛੇਤੀ ਛੇਤੀ ਦੌੜ ਆਵੇ, ਗੋਲੀ ਜਿਹਨੇ ਖਾਣੀ। ਜਾ ਕੇ ਤੂੰ ਇੰਨੀ ਗੱਲ ਕਹਿ ਦੇ ਵੀ ਗੁਰੂ ਸਾਹਿਬ ਨੇ ਗੋਲੀ ਚਲਾ ਕੇ ਵੇਖਣੀ ਹੈ, ਤੇ ਭਾਈ ਛੇਤੀ ਛੇਤੀ ਆ ਜਾਓ ਭੱਜ ਕੇ। ਜਿਹੜਾ ਬੰਦਾ ਵੀ ਤੁਹਾਡੇ ਵਿੱਚੋਂ ਗੁਰੂ ਸਾਹਿਬ ਦੀ ਉਹ ਚਲਾਈ ਗੋਲੀ ਨੂੰ ਖਾਣੀ ਚਾਹੁੰਦਾ ਹੈ, ਭਾਵ ਆਪਣੇ ਸੀਨੇ ਤੇ ਜਿਹੜਾ ਚੱਲਣਾ ਚਾਹੁੰਦਾ ਹੈ। ਕਹਿਣ ਲੱਗੇ, ਡੱਲੇ ਨੇ ਅਜੀਬ ਸੀ ਨਜ਼ਾਰਾ ਇੱਕ ਤੱਕਿਆ। ਜਦੋਂ ਜਾ ਕੇ ਆਵਾਜ਼ ਮਾਰੀ ਨਾ, ਤੇ ਆਵਾਜ਼ ਪਈ ਕੰਨਾਂ ਦੇ ਵਿੱਚ, ਜਿਨ੍ਹਾਂ ਦੀ ਯਾਦ ਵਿੱਚ ਅੱਜ ਵੀ ਉੱਥੇ ਪਾਵਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਦਾ। ਜਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਨਾ, ਗੁਰਮੁਖ ਪਿਆਰਿਓ, ਕਹਿਣ ਲੱਗੇ, ਡੱਲੇ ਨੇ ਅਜੀਬ ਸੀ ਨਜ਼ਾਰਾ ਇੱਕ ਤੱਕਿਆ, ਗੁੱਗ ਮੁੱਗ ਹੋਇਆ ਕੁਝ ਬੋਲ ਵੀ ਨਾ ਸਕਿਆ। ਕਹਿੰਦੇ ਇੱਕ ਨਜ਼ਾਰਾ ਤੱਕਿਆ ਡੱਲੇ ਨੇ, ਜ਼ੁਬਾਨ ਬੋਲ ਹੀ ਨਹੀਂ ਸਕਿਆ, ਆਪਣੀ ਰਸਨਾ ਤੋਂ ਕੋਈ ਬੋਲ ਨਹੀਂ ਬੋਲ ਸਕਿਆ। ਤੁਰੇ ਜਾਂਦੇ ਉਹਨਾਂ 2 ਦੀਵਾਨਿਆਂ ਨੂੰ ਦੇਖਿਆ। ਕਹਿੰਦੇ ਆਵਾਜ਼ ਮਾਰੀ ਤੇ ਵੇਖਿਆ 2 ਦੀਵਾਨੇ ਭੱਜੇ ਜਾ ਰਹੇ ਨੇ, ਦੌੜਦੇ ਜਾ ਰਹੇ ਨੇ। ਤੁਰੇ ਜਾਂਦੇ ਉਹਨਾਂ 2 ਦੀਵਾਨਿਆਂ ਨੂੰ ਦੇਖਿਆ, ਸ਼ਮਾ ਵੱਲ ਜਾਂਦੇ ਪਰਵਾਨਿਆਂ ਨੂੰ ਦੇਖਿਆ। ਭਾਵ ਜਿਵੇਂ ਸ਼ਮਾਂ ਦੇ ਉੱਪਰ ਪਰਵਾਨੇ ਨਹੀਂ ਜਲਦੇ, ਬੱਲਵਾਂ ਦੇ ਉੱਪਰ ਜਿਵੇਂ ਪਤੰਗੇ ਜਾ ਕੇ ਵਿੱਚ ਵੱਜ ਕੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ ਆ ਨਾ, ਕਹਿੰਦੇ ਸ਼ਮਾਂ ਵੱਲ ਜਾਂਦੇ ਪਰਵਾਨਿਆਂ ਨੂੰ ਦੇਖਿਆ। ਅੱਗੇ ਇੱਕ ਦੂਸਰੇ ਤੋਂ ਕੱਪੜੇ ਸਮੇਟ ਕੇ ਇੱਕ ਦੂਜੇ ਤੇ ਮੂਰਦੀ ਲੰਘਦੇ ਜਾਂਦੇ ਨੇ, ਆਪਣੇ ਕੱਪੜਿਆਂ ਨੂੰ ਸਮੇਟ ਕੇ। ਕੋਈ ਹਜ਼ੂਰੀਆ ਲੈ ਕੇ ਚੱਲ ਪਿਆ, ਕੋਈ ਭਾਵ ਏਦਾਂ ਕੱਪੜੇ ਚੁੱਕ ਕੇ ਭੱਜ ਲਏ ਵੀ ਗੁਰੂ ਸਾਹਿਬ ਨੇ ਬੁਲਾਇਆ। ਅੱਗੇ ਇੱਕ ਦੂਸਰੇ ਤੋਂ ਕੱਪੜੇ ਸਮੇਟ ਕੇ ਨੱਠੇ ਜਾਂਦੇ ਦੋਵੇਂ ਪੱਗਾਂ ਨੂੰ ਲਪੇਟ ਕੇ। ਕਹਿੰਦੇ ਪੱਗਾਂ ਨੂੰ ਲਪੇਟ ਕੇ ਭਾਵ ਸਿਰਾਂ ਦੇ ਉੱਤੇ ਦਸਤਾਰਾਂ ਭੱਜੇ ਜਾਂਦੇ, ਸਜਾਉਂਦੇ ਜਾਂਦੇ ਆ। ਇਹ ਤੁਸੀਂ ਸੀਨ ਸਮਝ ਸਕਦੇ ਹੋ। ਜਦੋਂ ਭੱਜੇ ਜਾਂਦੇ ਆ ਨਾ ਤੇ ਆਪਸ ਵਿੱਚ ਗੱਲਾਂ ਕਰਦੇ ਪਏ ਆ। ਕਹਿੰਦੇ ਅੱਜ ਦਾਤਾ ਜਦੋਂ ਗੋਲੀ ਨੂੰ ਚਲਾਏਗਾ, ਵੇਖੋ ਪਿਆਰ ਗੁਰਮੁਖ ਪਿਆਰਿਓ, ਧਿਆਨ ਕਰਕੇ ਸੁਣਿਓ। ਕਹਿੰਦੇ ਅੱਜ ਦਾਤਾ ਜਦੋਂ ਗੋਲੀ ਨੂੰ ਚਲਾਏਗਾ, ਬਣਾਂਗੇ ਨਿਸ਼ਾਨਾ ਤੇ ਸਵਾਦ ਕਿੰਨਾ ਆਏਗਾ। ਇੱਕ ਵਾਰੀ ਸਾਰੇ ਆਖੋ, ਬਣਾਂਗੇ ਨਿਸ਼ਾਨਾ ਤੇ ਸਵਾਦ ਕਿੰਨਾ ਆਏਗਾ। ਜਦੋਂ ਦਸ਼ਮੇਸ਼ ਪਿਤਾ ਗੋਲੀ ਚਲਾਉਣਗੇ ਤੇ ਨਿਸ਼ਾਨਾ ਆਪਣੇ ਤੇ ਆ ਕੇ ਲੱਗੇਗਾ, ਕਹਿੰਦੇ ਸੋਚ ਕੇ ਵੇਖੋ ਅੱਜ ਕਿੰਨਾ ਸਵਾਦ ਆਊਗਾ। ਦੋਨੋਂ ਜਾਣੇ ਇੱਕ ਦੂਜੇ ਨਾਲ ਗੱਲਾਂ ਕਰਦੇ ਜਾਂਦੇ ਆ। ਕਹਿੰਦੇ ਅੱਜ ਦਾਤਾ ਜਦੋਂ ਗੋਲੀ ਨੂੰ ਚਲਾਏਗਾ, ਬਣਾਂਗੇ ਨਿਸ਼ਾਨਾ ਤੇ ਸਵਾਦ ਕਿੰਨਾ ਆਵੇਗਾ। ਇੱਕ ਕਹਿੰਦਾ ਦੂਸਰੇ ਨੂੰ, ਪਹਿਲਾਂ ਮੇਰੀ ਵਾਰੀ ਹੈ। ਉਹ ਕਹਿੰਦਾ ਪਹਿਲਾਂ ਮੈਂ ਜਾ ਕੇ ਖੜਾਂਗਾ,
ਮੂਰੇ ਮੈਂ ਖੜਾਂਗਾ। ਦੂਜਾ ਕਹਿੰਦਾ ਜਾ ਓਏ ਪਹਿਲਾਂ ਆਵਾਜ਼ ਮੈਨੂੰ ਮਾਰੀ ਐ। ਉਹ ਕਹਿੰਦਾ ਪਹਿਲਾਂ ਮੇਰੇ ਕੰਨਾਂ ਦੇ ਵਿੱਚ ਆਵਾਜ਼ ਪਈ, ਭਾਵ ਡੱਲਾ ਤੱਕ ਰਿਹਾ ਕਿ ਮੇਰੀ ਸਾਰੀ ਫੌਜ ਭੱਜ ਕੇ ਚਲੀ ਗਈ ਤੇ ਇਹ ਲੜੀ ਜਾਂਦੇ ਆ ਵੀ ਮੈਂ ਮੂਰੇ ਖੜਨਾ। ਦੂਜਾ ਕਹਿੰਦਾ ਮੈਨੂੰ ਪਹਿਲਾਂ ਆਵਾਜ਼ ਮਾਰੀ ਐ। ਇੰਨੇ ਨੂੰ ਬੰਦੂਕ ਗੁਰੂ ਦੇਵ ਨੇ ਚਲਾ ਕੇ ਦੋਨੋਂ ਜਾ ਕੇ ਜਦੋਂ ਖਲੋ ਗਏ ਨਾ, ਦਸ਼ਮੇਸ਼ ਪਿਤਾ ਨੇ ਬੰਦੂਕ ਚੁੱਕੀ ਹੈ, ਨਿਸ਼ਾਨਾ ਸਾਧਿਆ ਤੇ ਦਸ਼ਮੇਸ਼ ਪਿਤਾ ਨੇ ਉਹ ਫੈਰ ਉਹਦੇ ਵਿੱਚੋਂ ਕੱਢ ਦਿੱਤਾ, ਬੰਦੂਕ ਚਲਾ ਦਿੱਤੀ। ਇੰਨੇ ਨੂੰ ਬੰਦੂਕ ਗੁਰੂ ਦੇਵ ਨੇ ਚਲਾ ਕੇ ਸਿੱਖਾਂ ਦੇ ਸਿਰਾਂ ਉੱਤੋਂ ਗੋਲੀ ਨੂੰ ਲੰਘਾ ਕੇ ਉਹ ਗੋਲੀ ਦਸ਼ਮੇਸ਼ ਪਿਤਾ ਨੇ ਨਾ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਦੇ ਸਿਰ ਉੱਤੋਂ ਦੀ ਲੰਘਾ ਦਿੱਤੀ। ਗੁਰਮੁਖ ਪਿਆਰਿਓ, ਹੁਣ ਜਦੋਂ ਦੋਨਾਂ ਦੇ ਸਿਰ ਉੱਤੋਂ ਦੀ ਗੋਲੀ ਲੰਘੀ ਹੈ ਨਾ, ਕਹਿਣ ਲੱਗੇ ਡੱਲੇ ਤਾਈ ਪਾਤਸ਼ਾਹ ਨੇ ਇੰਜ ਫਰਮਾਇਆ ਸੀ। ਜਦੋਂ ਗੋਲੀ ਉੱਪਰ ਦੀ ਲੰਘਾ ਕੇ ਹੁਣ ਡੱਲੇ ਨੂੰ ਕਹਿਣ ਲੱਗੇ ਕਿਉਂ ਭਾਈ ਡੱਲਿਆ ਤੂੰ ਇੰਨਾ ਘਬਰਾਇਆ ਸੀ? ਕਹਿੰਦੇ ਡੱਲਿਆ ਤੂੰ ਘਬਰਾ ਕਿਹੜੀ ਗੱਲ ਤੋਂ ਗਿਆ ਸੀ? ਹੁਣ ਗੋਲੀ ਸਿਰ ਉੱਤੋਂ ਦੀ ਲੰਘਾਈ ਤੇ ਡੱਲੇ ਨੇ ਸੋਚਿਆ ਇਹ ਤੇ ਗੁਰੂ ਸਾਹਿਬ ਨੇ ਇੱਕ ਕੌਤਕ ਹੀ ਰਚਿਆ ਸੀ। ਗੁਰੂ ਸਾਹਿਬ ਨੇ ਗੋਲੀ ਤੇ ਮਾਰਨੀ ਨਹੀਂ ਸੀ। ਡੱਲੇ ਨੂੰ ਆਪਣੀ ਕੀਤੀ ਤੇ ਪਛਤਾਵਾ ਹੋਣ ਲੱਗਿਆ ਤੇ ਦਸ਼ਮੇਸ਼ ਪਿਤਾ ਕਹਿਣ ਲੱਗੇ ਕਿਉਂ ਭਾਈ ਡੱਲਿਆ ਤੂੰ ਇੰਨਾ ਘਬਰਾਇਆ ਸੀ? ਤੇ ਅੱਗੇ ਕਹਿੰਦੇ ਵੇਖ ਮੇਰੇ ਸਿੱਖ ਸਾਰੇ ਜੱਗ ਤੋਂ ਨਿਆਰੇ ਐ। ਧਿਆਨ ਕਰਿਓ ਪਿਆਰਿਓ, ਇਸ ਪਾਵਨ ਧਰਤੀ ਦੇ ਉੱਪਰ ਸਾਡੇ ਵੱਲ ਹੱਥ ਕਰਕੇ ਕਿਹਾ, ਗੁਰਸਿੱਖਾਂ ਵੱਲ ਹੱਥ ਕਰਕੇ ਕਿਹਾ ਵੇਖ ਮੇਰੇ ਸਿੱਖ ਸਾਰੇ ਜੱਗ ਤੋਂ ਨਿਆਰੇ ਐ, ਮੈਨੂੰ ਮੇਰੇ ਸਿੱਖ ਜਾਨ ਤੋਂ ਵੀ ਪਿਆਰੇ ਐ। ਇਹ ਥੋੜਾ ਸੀ ਮੈਂ ਗੋਲੀ ਦਾ ਨਿਸ਼ਾਨਾ ਚਲਾਉਣ ਲੱਗਿਆ ਆਪਣੇ ਜਵਾਨ ਹੀ ਸ਼ਹੀਦ ਕਰ ਲਵਾਂ। ਕਹਿੰਦੇ ਨਹੀਂ, ਮੈਨੂੰ ਤੇ ਆਪਣੀ ਜਾਨ ਤੋਂ ਪਿਆਰੇ ਐ, ਮੈਨੂੰ ਜੇ ਮੇਰੇ ਸਿੱਖ ਕਰਦੇ ਪਿਆਰ ਨੇ। ਧਿਆਨ ਕਰਿਓ ਪਿਆਰਿਓ, ਡੱਲੇ ਨੂੰ ਕਹਿਣ ਲੱਗੇ ਡੱਲਿਆ ਮੈਨੂੰ ਜੇ ਮੇਰੇ ਸਿੱਖ ਕਰਦੇ ਪਿਆਰ ਨੇ, ਮੇਰੇ ਵਾਸਤੇ ਵੀ ਇਹ ਅਜੀਤ ਤੇ ਜੁਝਾਰ ਨੇ। ਸੱਚ ਜਾਣੀ ਜੇ ਮੇਰੇ ਸਿੱਖ ਮੇਰੇ ਲਈ ਆਪਣਾ ਆਪ ਕੁਰਬਾਨ ਕਰਨ ਵਾਸਤੇ ਤਿਆਰ ਰਹਿੰਦੇ ਆ ਨਾ ਡੱਲਿਆ, ਤੇ ਮੈਂ ਵੀ ਇਹਨਾਂ ਦੇ ਵਿੱਚੋਂ ਹੀ ਅਜੀਤ ਤੇ ਜੁਝਾਰ ਨੂੰ ਤੱਕਦਾ। ਆਖੋ ਸਤਨਾਮ ਵਾਹਿਗੁਰੂ। ਮੈਂ ਇਹਨਾਂ ਦੇ ਵਿੱਚੋਂ ਅਜੀਤ ਤੇ ਜੁਝਾਰ ਨੂੰ ਤੱਕਦਾ। ਦੇ ਕੇਸ ਦਸਤਾਰ ਸਜੇ, ਧਿਆਨ ਕਰਿਓ ਪਿਆਰਿਓ, ਕੇਸ ਦਸਤਾਰ ਸਜੇ, ਜਿਨ੍ਹਾਂ ਦੇ ਸਿਰਾਂ ਉੱਤੇ ਕੇਸ ਹੈ, ਸਿਰਾਂ ਦੇ ਉੱਤੇ ਦਸਤਾਰ ਹੈ। ਕਹਿੰਦੇ ਕੇਸ ਦਸਤਾਰ ਸਜੇ ਆਹਾ ਰੂਪ ਜੋ ਅਨੂਪ ਨੇ। ਆ ਜਿੰਨੇ ਬੈਠੇ ਨੇ ਨਾ, ਜਿਨ੍ਹਾਂ ਦੇ ਸਿਰਾਂ ਉੱਤੇ ਕੇਸ ਹੈ ਤੇ ਕੇਸਾਂ ਉੱਤੇ ਦਸਤਾਰ ਹੈ ਪਿਆਰਿਓ, ਕੇਸ ਦਸਤਾਰ ਸਜੇ ਆਹਾ ਰੂਪ ਜੋ ਅਨੂਪ ਨੇ। ਡੱਲਿਆ ਮੇਰੇ ਕੋਲੋਂ ਪੁੱਛੇ ਤਾਂ ਇਹ ਮੇਰਾ ਹੀ ਸਰੂਪ ਨੇ। ਆ ਦੇਖੋ ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀ ਕਿਹਾ? ਜਿਨ੍ਹਾਂ ਦੇ ਆ ਸਿਰਾਂ ਦੇ ਉੱਤੇ ਕੇਸ ਹੈ, ਸਿਰਾਂ ਦੇ ਉੱਤੇ ਦਸਤਾਰ ਹੈ ਨਾ, ਸੱਚ ਜਾਣਿਓ ਕਹਿੰਦੇ ਜੇ ਤੁਸੀਂ ਮੇਰੇ ਤੋਂ ਪੁੱਛੋ ਨਾ ਇਹ ਮੇਰਾ ਹੀ ਸਰੂਪ ਹੈ ਆਪਣਾ। ਹੁਣ ਮੇਰਾ ਇਹ ਸਰੂਪ ਹੈ ਤੇ ਜਿਹੜੇ ਵੀਰ ਇਹਨੂੰ ਇਉਂ ਨਾ ਸਮਝੋ ਵੀ ਸ਼ਾਇਦ ਕੋਈ ਸਾਨੂੰ ਜਲੀਲ ਕਰਨ ਵਾਸਤੇ ਕਿਹਾ ਜਾ ਰਿਹਾ। ਨਹੀਂ, ਗੁਰੂ ਸਾਹਿਬ ਨੇ ਭਾਈ ਡੱਲੇ ਨੂੰ ਕੋਈ ਜਲੀਲ ਨਹੀਂ ਕੀਤਾ, ਇੱਕ ਉਹਦੇ ਹਿਰਦੇ ਤੇ ਚੋਟ ਮਾਰ ਕੇ ਉਹਦਾ ਹੰਕਾਰ ਕੱਢ ਕੇ ਉਹਨੂੰ ਸੁਧਾਰਨ ਦਾ ਯਤਨ ਕੀਤਾ ਸੀ। ਪਿਆਰਿਓ, ਜਿਨ੍ਹਾਂ ਦੇ ਕੇਸ ਕਤਲ ਕੀਤੇ ਨੇ, ਦਾੜੀਆਂ ਕਤਲ ਕੀਤੀਆਂ ਨੇ, ਗੁਰੂ ਸਾਹਿਬ ਤੇ ਪਿਆਰਿਓ ਕਹਿ ਰਹੇ ਆ ਵੀ ਇਹ ਮੇਰਾ ਹੀ ਸਰੂਪ ਹੈ। ਤੇ ਜਦੋਂ ਅਸੀਂ ਆਪਣੇ ਸਿਰ ਤੇ ਕੇਸਾਂ ਨੂੰ ਕੈਂਚੀ ਲਗਵਾਉਨੇ ਆ, ਆਪਣੇ ਦਾੜੇ ਤੇ ਕੈਂਚੀ ਚਲਾਉਨੇ ਆ, ਇਉਂ ਸਮਝੋ ਕਲਗੀਆਂ ਵਾਲੇ ਦਾ ਸਵਰੂਪ ਵਿਗਾੜੀ ਜਾਂਦੇ ਆ। ਆਖੋ ਸਤਨਾਮ ਵਾਹਿਗੁਰੂ। ਆਓ ਨਾ ਗੁਰਮੁਖ ਪਿਆਰਿਓ, ਇਸ ਦਲਦਲ ਵਿੱਚੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਦੇ ਲੜ ਲੱਗੀਏ। ਕਹਿਣ ਲੱਗੇ ਕੇਸ ਦਸਤਾਰ ਸਜੇ ਆ ਰੂਪ ਜੋ ਅਨੂਪ ਨੇ, ਮੇਰੇ ਕੋਲੋਂ ਪੁੱਛੋ ਤਾਂ ਇਹ ਮੇਰਾ ਹੀ ਸਰੂਪ ਨੇ। ਇਹ ਸਿੱਖੀ ਦਾ ਸਰੂਪ ਜਦੋਂ ਡੱਲਿਆ ਬਣਾਇਆ ਸੀ, ਡੱਲਿਆ ਜਦੋਂ ਇਹ ਸਿੱਖੀ ਦਾ ਸਰੂਪ ਬਣਾਇਆ ਸੀ ਨਾ, ਤੇ ਅਗਲੀ ਗੱਲ ਧਿਆਨ ਨਾਲ ਸੁਣਿਓ, ਸਾਰਿਆਂ ਤੋਂ ਪਹਿਲਾਂ ਇਹਨੂੰ ਲੋਹਾਂ ਤੇ ਤਪਾਇਆ ਸੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਇਹ ਸਰੂਪ ਜਿਹੜਾ ਸਰੂਪ ਤੁਹਾਨੂੰ ਅੱਜ ਗੁਰਮੁਖ ਪਿਆਰਿਓ ਚੰਗਾ ਨਹੀਂ ਨਾ ਲੱਗਦਾ, ਇਹ ਸਰੂਪ ਤਿਆਰ ਕਰਨ ਦੇ ਲਈ, ਇਹ ਚਿਹਰਾ ਤਿਆਰ ਕਰਨ ਦੇ ਲਈ ਕਹਿੰਦੇ ਸੱਚ ਜਾਣਿਓ ਸਾਰਿਆਂ ਤੋਂ ਪਹਿਲਾਂ ਇਹਨੂੰ ਲੋਹਾਂ ਤੇ ਤਪਾਇਆ ਸੀ, ਭਾਵ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਆਪ ਨੂੰ ਗੁਰਮੁਖ ਪਿਆਰਿਓ ਸ਼ਹੀਦ ਕਰਵਾਇਆ। ਕਹਿਣ ਲੱਗੇ ਇਹ ਸਿੱਖੀ ਦਾ ਸਰੂਪ ਜਦੋਂ ਡੱਲਿਆ ਬਣਾਇਆ ਸੀ, ਸਾਰਿਆਂ ਤੋਂ ਪਹਿਲਾਂ ਇਹਨੂੰ ਲੋਹਾਂ ਤੇ ਤਪਾਇਆ ਸੀ। ਇੰਨੀ ਸ਼ਾਨਦਾਰ ਜਿਹੜੀ ਇਹ ਸਿੱਖੀ ਦੀ ਉਡਾਰੀ ਏ, ਇਹ ਨਿੱਕੇ ਨਿੱਕੇ ਬੱਚਿਆਂ ਦੇ
ਸਿਰਾਂ ਤੇ ਉਸਾਰੀਏ। ਭਾਵ ਸਾਹਿਬਜ਼ਾਦਿਆਂ ਨੀਹਾਂ ਦੇ ਵਿੱਚ ਚਿਣ ਕੇ ਉਹਨਾਂ ਦੇ ਸਿਰਾਂ ਦੇ ਉੱਤੇ ਇਹ ਸਿੱਖੀ ਉਸਾਰੀ ਗਈ ਹੈ ਪਿਆਰਿਓ। ਤੇ ਅਖੀਰ ਤੇ ਕਹਿਣ ਲੱਗੇ, ਸੁਣ ਸੁਣ ਡੱਲੇ ਦੀਆਂ ਖੁੱਲ ਗਈਆਂ ਅੱਖੀਆਂ। ਧਿਆਨ ਕਰਿਓ ਪਿਆਰਿਓ, ਸਮਾਪਤੀ ਕਰਨ ਲੱਗੇ ਆ। ਸੁਣ ਸੁਣ ਡੱਲੇ ਦੀਆਂ ਖੁੱਲ ਗਈਆਂ ਅੱਖੀਆਂ। ਤੇ ਡੱਲੇ ਨੇ ਪਤਾ ਫਿਰ ਕੀ ਕਿਹਾ, ਕਹਿੰਦੇ ਮੈਂ ਵੀ ਕਿਉਂ ਬਾਟੇ ਵਿੱਚੋਂ ਬੂੰਦਾਂ ਚਾਰ ਚੱਖੀਆਂ। ਆਖੋ ਸਤਨਾਮ। ਜਦੋਂ ਡੱਲੇ ਨੇ ਸਾਰੀ ਵਾਰਤਾਲਾਪ ਸੁਣੀ ਨਾ, ਕਹਿੰਦੇ ਸੁਣ ਸੁਣ ਡੱਲੇ ਦੀਆਂ ਖੁੱਲ ਗਈਆਂ ਅੱਖੀਆਂ। ਤੇ ਅੰਦਰੋਂ ਅੰਦਰੀ ਮਹਿਸੂਸ ਕੀਤਾ, ਮੈਂ ਵੀ ਕਿਉਂ ਬਾਟੇ ਵਿੱਚੋਂ ਬੂੰਦਾਂ ਚਾਰ ਚੱਖੀਆਂ। ਖੰਡੇ ਬਾਟੇ ਦੀ ਪੌਲ ਦੀ ਗੱਲ ਚੱਲ ਰਹੀ ਹੈ, ਉਹਦੇ ਵਿੱਚੋਂ ਕਹਿੰਦੇ ਮੈਂ ਵੀ ਕਿਉਂ ਚਾਰ ਬੂੰਦਾਂ ਨਹੀਂ ਚੱਖੀਆਂ। ਕਹਿਣ ਲੱਗਾ, ਦਾਤਾ ਅੱਜ ਮਿਹਰ ਵਰਤਾ ਦਿਓ। ਹੱਥ ਜੋੜ ਲਏ ਡੱਲੇ ਨੇ, ਗਲ ਵਿੱਚ ਪਾ ਕੇ ਸਰੋਪਾ, ਹੱਥ ਜੋੜ ਕਲਗੀਆਂ ਵਾਲੇ ਦੇ ਚਰਨਾਂ ਤੇ ਖਲੋ ਗਿਆ। ਕਹਿਣ ਲੱਗਾ, ਦਾਤਾ ਅੱਜ ਮਿਹਰ ਵਰਤਾ ਦਿਓ, ਸਿੱਖੀ ਵਾਲੀ ਪਾਨ ਮੈਨੂੰ ਵੀ ਚੜਾ ਦਿਓ। ਭਾਵ ਖੰਡੇ ਬਾਟੇ ਦੀ ਪੌਲ ਦੇ ਕੇ ਮੈਨੂੰ ਵੀ ਆਪਣੇ ਚਰਨਾਂ ਦਾ ਭੌਰਾ ਬਣਾ ਲਓ, ਮੈਨੂੰ ਵੀ ਆਪਣੀ ਫੌਜ ਦੇ ਵਿੱਚ ਸ਼ਾਮਲ ਕਰ ਲਓ। ਗੁਰਮੁਖ ਪਿਆਰਿਓ, ਸੋਚ ਕੇ ਵੇਖਿਓ, ਤਲਵੰਡੀ ਇਲਾਕੇ ਦੇ ਕਿੰਨੇ ਪਿੰਡਾਂ ਦਾ ਚੌਧਰੀ ਸੀ ਭਾਈ ਡੱਲਾ। ਗੁਰਮੁਖ ਪਿਆਰਿਓ, ਜਿਹਦੇ ਕੋਲੇ ਫੌਜ ਦੀ ਕਮੀ ਨਹੀਂ, ਕੋਈ ਪੈਸੇ ਦੀ ਕਮੀ ਨਹੀਂ, ਬਸ ਬੇਸ਼ੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸ਼ਰਧਾਲੂ ਵੀ ਹੈ, ਪਰ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਖੰਡੇ ਬਾਟੇ ਦੀ ਪੌਲ ਤੇ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਪਾਵਨ ਸਿਧਾਂਤ, ਇਹਦੇ ਤੋਂ ਬਿਨਾਂ ਜਿੰਨਾ ਮਰਜ਼ੀ ਅਸੀਂ ਆਪਣੇ ਆਪ ਨੂੰ ਗੁਰੂ ਦੇ ਨੇੜੇ ਸਮਝ ਗਏ, ਡੱਲੇ ਵਾਂਗ ਉਹਨਾਂ ਸਮਾਂ ਸਾਡਾ ਨਹੀਂ ਸਰਨਾ ਪਿਆਰਿਓ, ਜਿੰਨਾ ਸਮਾਂ ਗੁਰੂ ਦੇ ਦਰ ਤੇ ਆ ਕੇ ਖੰਡੇ ਬਾਟੇ ਦੀ ਪੌਲ ਨਹੀਂ ਛਕਾਂਗੇ। ਆਓ ਗੁਰੂ ਕਿਰਪਾ ਕਰੇ। ਮੈਂ ਇਹ ਤਾਂ ਇੰਨੀਆਂ ਕੁ ਬੇਨਤੀਆਂ ਕੀਤੀਆਂ। ਡੱਲੇ ਨੇ ਫਿਰ ਬਾਅਦ ਵਿੱਚ ਖੰਡੇ ਬਾਟੇ ਦੀ ਪੌਲ ਲਈ, ਅੰਮ੍ਰਿਤ ਛਕਿਆ, ਗੁਰੂ ਦੇ ਚਰਨਾਂ ਦਾ ਭੌਰਾ ਬਣਿਆ। ਤੇ ਅੱਜ ਸਿੱਖ ਸਫਾਂ ਦੇ ਵਿੱਚ, ਇਤਿਹਾਸ ਦੇ ਵਿੱਚ ਭਾਈ ਡੱਲੇ ਦਾ ਨਾਮ ਬੜੇ ਹੀ ਮਾਣ ਦੇ ਨਾਲ ਗੁਰਮੁਖ ਪਿਆਰਿਓ ਲਿਆ ਜਾਂਦਾ ਹੈ। ਆਓ, ਜੇ ਭਾਈ ਡੱਲੇ ਨੇ ਗੁਰੂ ਗੋਬਿੰਦ ਸਿੰਘ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਇਆ, ਤੇ ਗੁਰਮੁਖ ਪਿਆਰਿਓ ਕੋਈ ਪਤਾ ਨਹੀਂ ਜ਼ਿੰਦਗੀ ਦਾ ਕਿਹੜਾ ਸਵਾਸ, ਆਖਰੀ ਸਵਾਸ ਉਹ ਨਿਬੜੇ। ਖੰਡੇ ਬਾਟੇ ਦੀ ਪੌੜ ਲੈ ਕੇ ਗੁਰੂ ਵਾਲੇ ਬਣ ਗਏ। ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ।